ਪਿਆਰੇ ਵਿਦਿਆਰਥੀਓ, ਅੱਜ ਅਸੀਂ ਸਮਾਜਿਕ ਸਿੱਖਿਆ 10ਵੀਂ ਸ਼੍ਰੇਣੀ ਦਾ ਸਾਲਾਨਾ ਇਮਤਿਹਾਨ ਦੀ ਤਿਆਰੀ ਲਈ 45 ਨੰਬਰਾਂ ਦਾ ਟੈਸਟ ਜੋ ਕਿ 2 ਮਈ 2020 ਨੂੰ ਹੋਣਾ ਸੀ, ਉਹ ਅਸੀਂ ਡਿਸਕਸ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਇਹ ਪੇਪਰ ਹੱਲ ਕੀਤਾ ਹੋਵੇਗਾ ਅਤੇ ਹੁਣ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਨਾਲ ਟੈਲੀ ਕਰ ਲਓ। ਸਭ ਤੋਂ ਪਹਿਲਾਂ ਇਤਿਹਾਸ। ਪ੍ਰਸ਼ਨ ਨੰਬਰ 1, ਦੁਆਬਾ ਸ਼ਬਦ ਤੋਂ ਕੀ ਭਾਵ ਹੈ? ਦੁਆਬਾ ਸ਼ਬਦ ਦਾ ਅਰਥ ਹੈ ਦੋ ਨਦੀਆਂ ਦੇ ਵਿਚਕਾਰਲੀ ਧਰਤੀ। ਪੰਜਾਬ ਵਿੱਚ ਕੁੱਲ 5 ਦੁਆਬੇ ਹਨ। ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ? ਉਲਮਾ ਉਹ ਲੋਕ ਸਨ ਜਿਨ੍ਹਾਂ ਨੂੰ ਇਸਲਾਮ ਧਰਮ ਦੇ ਵਿਦਵਾਨ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਸਨ। ਜਫਰਨਾਮਾ ਨਾਮਕ ਖੱਤ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ। ਖਾਲਸੇ ਦੀ ਸਾਜਣਾ ਵਿਸਾਖੀ ਵਾਲੇ ਦਿਨ 1699 ਵਿੱਚ ਹੋਈ ਸੀ। ਸ਼੍ਰੀ ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ। ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦਾ ਇੱਕ ਪ੍ਰਮੁੱਖ ਤੀਰਥ ਸਥਾਨ ਹੈ, ਜਿਸ ਦਾ ਨਿਰਮਾਣ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਹਰਿਮੰਦਰ ਸਾਹਿਬ ਦਾ ਅਰਥ ਹੈ ਪਰਮਾਤਮਾ ਦਾ ਘਰ। ਇਸ ਦੇ ਚਾਰੋਂ ਪਾਸੇ ਦਰਵਾਜ਼ੇ ਰੱਖੇ ਗਏ ਸੀ ਤਾਂ ਕਿ ਕਿਸੇ ਵੀ ਦਿਸ਼ਾ ਤੋਂ ਕੋਈ ਵੀ ਵਿਅਕਤੀ ਇੱਥੇ ਆ ਸਕਦਾ ਹੈ। ਹਰਿਮੰਦਰ ਸਾਹਿਬ ਇੱਕ ਸਰੋਵਰ ਦੇ ਵਿੱਚ ਉਸਾਰਿਆ ਗਿਆ ਸੀ। ਇਹ ਸਿੱਖਾਂ ਦਾ ਪ੍ਰਮੁੱਖ ਤੀਰਥ ਸਥਾਨ ਬਣ ਗਿਆ। ਇਸ ਦਾ ਨੀਂਹ ਪੱਥਰ ਮੀਆਂ ਮੀਰ ਜੀ ਕੋਲ ਰਖਵਾਇਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪਣਾ ਜੀਵਨ ਬਚਪਨ ਕਿਵੇਂ ਬਿਤਾਇਆ? ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਵਿੱਚ ਪਟਨਾ ਵਿਖੇ ਹੋਇਆ ਸੀ ਤੇ ਉਹਨਾਂ ਨੇ ਆਪਣਾ ਬਚਪਨ ਪਹਿਲੇ 5 ਸਾਲ ਉੱਥੇ ਹੀ ਬਿਤਾਏ ਸੀ, ਆਪਣੇ ਮਾਮੇ ਮੇਰ ਕੋਲ। ਉਹਨਾਂ ਨੇ ਬਚਪਨ ਦੇ 5 ਸਾਲਾਂ ਵਿੱਚ ਆਰੰਭਕ ਸਿੱਖਿਆ ਪ੍ਰਾਪਤ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਅਤੇ ਸਿੱਖਿਆ ਬਾਰੇ ਲਿਖੋ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਵਿੱਚ ਹੋਇਆ, ਗੁਜਰਾਂਵਾਲਾ ਪਾਕਿਸਤਾਨ ਵਿੱਚ, ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਮਹਾ ਸਿੰਘ ਸੀ ਅਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਰਾਜ ਕੌਰ ਸੀ। ਬਚਪਨ ਦੇ ਵਿੱਚ ਉਹਨਾਂ ਨੂੰ ਪੜ੍ਹਨ ਲਿਖਣ ਦਾ ਕੋਈ ਖਾਸ ਸ਼ੌਂਕ ਨਹੀਂ ਸੀ, ਇਸ ਕਰਕੇ ਰਸਮੀ ਵਿੱਦਿਆ ਉਹਨਾਂ ਨੇ ਕੋਈ ਪ੍ਰਾਪਤ ਨਹੀਂ ਕੀਤੀ। ਲੇਕਿਨ ਉਹ ਬਹੁਤ ਹੀ ਸਮਝਦਾਰ ਸਨ। ਸ਼ਸਤਰ ਵਿੱਦਿਆ ਉਹਨਾਂ ਨੇ ਪ੍ਰਾਪਤ ਕੀਤੀ। ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਯੁੱਧ ਕਰਨ ਦੇ ਮੌਕੇ ਵੀ ਮਿਲੇ। ਉਹਨਾਂ ਦਾ ਸੰਬੰਧ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੀ। ਬਚਪਨ ਵਿੱਚ ਮਾਤਾ ਨਿਕਲਣ ਕਾਰਨ ਉਹਨਾਂ ਦੀ ਚਿਹਰੇ ਦੀ ਇੱਕ ਤਰਫ ਚੇਚਕ ਦੇ ਨਿਸ਼ਾਨ ਪੈ ਗਏ ਅਤੇ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਸੀ। ਚੌਥਾ ਕੁਐਸਚਨ ਹੈ, ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਿਉਂ ਨਾ ਲਿਆ? ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਪਹਿਲਾ ਐਂਗਲੋ ਸਿੱਖ ਯੁੱਧ 1845-46 ਵਿੱਚ ਹੋਇਆ ਸੀ। ਇਸ ਯੁੱਧ ਦੇ ਵਿੱਚ 5 ਲੜਾਈਆਂ ਲੜੀਆਂ ਗਈਆਂ ਅਤੇ ਅੰਤਮ ਜਿੱਤ ਅੰਗਰੇਜ਼ਾਂ ਦੀ ਹੋਈ ਸੀ। ਲੇਕਿਨ ਉਸ ਸਮੇਂ ਦੇ ਰਾਜਨੀਤਿਕ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਤਤਕਾਲੀਨ ਪੰਜਾਬ ਦੇ ਗਵਰਨਰ ਨੇ, ਭਾਰਤ ਦੇ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਨੂੰ ਹਾਲੇ ਕਬਜ਼ੇ ਹੇਠ ਨਹੀਂ ਲਿਆ ਜਾਏਗਾ, ਬਲਕਿ ਉਹਨਾਂ ਨਾਲ ਸੰਧੀ ਕੀਤੀ ਜਾਏਗੀ ਅਤੇ ਆਪਣਾ ਇੱਕ ਰਾਜਨੀਤਿਕ ਏਜੰਟ ਉੱਥੇ ਭੇਜਿਆ ਜਾਏਗਾ ਅਤੇ ਜਦੋਂ ਸਮਾਂ ਮੁਨਾਸਿਬ ਹੋਏਗਾ ਤਾਂ ਉਦੋਂ ਪੰਜਾਬ 'ਤੇ ਕਬਜ਼ਾ ਕੀਤਾ ਜਾਏਗਾ। ਅਤੇ ਆਪਣੀ ਉਸ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ ਅੰਗਰੇਜ਼ ਹਾਲੇ,
ਅਤੇ ਉਹ ਖਾਲਸਾ ਫੌਜ ਦੀ ਬਗਾਵਤ ਤੋਂ ਵੀ ਡਰਦੇ ਸਨ। ਚਮਕੌਰ ਸਾਹਿਬ ਦੀ ਲੜਾਈ ਤੇ ਨੋਟ ਲਿਖੋ। ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਮੁੱਖ ਲੜਾਈਆਂ ਵਿੱਚੋਂ ਚਮਕੌਰ ਸਾਹਿਬ ਦੀ ਲੜਾਈ ਇੱਕ ਮਸ਼ਹੂਰ ਲੜਾਈ ਹੈ, ਜਿਸ ਵਿੱਚ ਉਹਨਾਂ ਨੇ ਮੁਗਲਾਂ ਦੇ ਨਾਲ ਸੰਘਰਸ਼ ਕੀਤਾ ਸੀ ਅਤੇ ਅੰਤ ਵਿੱਚ ਜਿੱਤ ਪ੍ਰਾਪਤ ਕੀਤਾ ਸੀ। ਖਾਲਸਾ ਦੇ ਨਿਯਮਾਂ ਦਾ ਵਰਣਨ ਕਰੋ। ਖਾਲਸਾ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ 1699 ਵਿੱਚ ਅਨੰਦਪੁਰ ਸਾਹਿਬ ਵਿਖੇ ਕੀਤੀ। ਉਹਨਾਂ ਨੇ ਖਾਲਸਾ ਦੇ ਕੁਝ ਨਿਯਮ ਨਿਰਧਾਰਿਤ ਕੀਤੇ, ਜਿਵੇਂ ਹਰੇਕ ਪੁਰਸ਼ ਆਪਣੇ ਨਾਮ ਦੇ ਪਿੱਛੇ ਸਿੰਘ ਅਤੇ ਇਸਤਰੀ ਆਪਣੇ ਨਾਮ ਦੇ ਪਿੱਛੇ ਕੌਰ ਲਗਾਏਗੀ। ਹਰੇਕ ਸਿੱਖ ਅੰਮ੍ਰਿਤ ਪਾਨ ਕਰੇਗਾ ਅਤੇ ਸੰਤ ਅਤੇ ਸਿਪਾਹੀ ਦੋਨਾਂ ਦਾ ਰੋਲ ਅਦਾ ਕਰੇਗਾ। ਉਹ ਸ਼ਸਤਰ ਵਿੱਦਿਆ ਸਿੱਖੇਗਾ ਅਤੇ ਇਸ ਦੇ ਨਾਲ ਨਾਲ ਧਰਮ ਦੀ ਰਾਖੀ ਕਰਨ ਲਈ ਬਲੀਦਾਨ ਦੇਣ ਲਈ ਹਮੇਸ਼ਾ ਤਿਆਰ ਰਹੇਗਾ। ਉਹ 5 ਬਾਣੀਆਂ ਦਾ ਨਿਤਨੇਮ ਰੋਜ਼ ਕਰੇਗਾ। ਉੱਚਾ ਸੁੱਚਾ ਚਰਿੱਤਰ ਰੱਖੇਗਾ। ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ। ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੀ ਰਾਜਨੀਤਿਕ ਅਵਸਥਾ ਬਹੁਤੀ ਚੰਗੀ ਨਹੀਂ ਸੀ, ਕਿਉਂਕਿ ਉਸ ਸਮੇਂ ਭਾਰਤ ਉੱਪਰ ਲੋਧੀ ਸੁਲਤਾਨਾਂ ਦਾ ਰਾਜ ਸੀ ਅਤੇ ਤਤਕਾਲੀਨ ਲੋਧੀ ਸੁਲਤਾਨ ਦਾ ਨਾਮ ਇਬਰਾਹਿਮ ਲੋਧੀ ਸੀ, ਜਿਹੜਾ ਕਿ ਬਿਲਕੁਲ ਹੀ ਅਯੋਗ ਸ਼ਾਸਕ ਸੀ ਅਤੇ ਪ੍ਰਜਾ ਉਸ ਤੋਂ ਅਸੰਤੁਸ਼ਟ ਸੀ। ਉਸ ਸਮੇਂ ਦੀ ਰਾਜਨੀਤਿਕ ਹਾਲਤ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਵਿੱਚ ਵੀ ਵਰਣਨ ਕੀਤਾ ਹੈ। ਪੰਜਾਬ ਵਿੱਚ ਉਸ ਸਮੇਂ ਗਵਰਨਰ ਦੌਲਤ ਖਾਂ ਲੋਧੀ ਸੀ, ਜਿਹੜਾ ਕਿ ਖੁਦ ਵਿਦੇਸ਼ ਤੋਂ ਬਾਬਰ ਨੂੰ ਹਮਲਾ ਕਰਨ ਲਈ ਸੱਦੇ ਦੇ ਰਿਹਾ ਸੀ। ਦੌਲਤ ਖਾਂ ਲੋਧੀ ਚਾਹੁੰਦਾ ਸੀ ਕਿ ਬਾਬਰ ਆਏਗਾ ਅਤੇ ਇਬਰਾਹਿਮ ਲੋਧੀ ਨੂੰ ਹਰਾ ਕੇ ਲੁੱਟਮਾਰ ਕਰਕੇ ਵਾਪਸ ਚਲਾ ਜਾਏਗਾ ਅਤੇ ਦਿੱਲੀ ਦੀ ਗੱਦੀ ਉਸ ਨੂੰ ਮਿਲ ਜਾਏਗੀ। ਬਾਬਰ ਤੀਸਰੀ ਕੜੀ ਸੀ ਉਸ ਸਮੇਂ, ਜਿਹੜੀ ਕਿ ਭਾਰਤ ਦੇ ਵਿੱਚ ਜਿੱਤ ਦੇ ਸੁਪਨੇ ਲੈ ਰਹੀ ਸੀ ਅਤੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਉਸਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ। ਇੱਕ ਚੌਥੀ ਛੋਟੀ ਕੜੀ ਆਲਮ ਖਾਂ ਲੋਧੀ ਵੀ ਸੀ, ਜਿਹੜੀ ਕਿ ਇਬਰਾਹਿਮ ਲੋਧੀ ਦਾ ਸੁਤੇਲਾ ਭਰਾ ਸੀ ਅਤੇ ਉਹ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਦਿੱਲੀ ਦੀ ਰਾਜਗੱਦੀ ਉਸ ਨੂੰ ਮਿਲ ਜਾਏ। ਸੋ ਇਸ ਸਮੇਂ ਦੀ ਜਿਹੜੀ ਪੰਜਾਬ ਦੀ ਰਾਜਨੀਤਿਕ ਹਾਲਤ ਸੀ, ਉਹ ਬਿਲਕੁਲ ਬਾਬਰ ਦੇ ਹਮਲੇ ਲਈ ਅਨੁਕੂਲ ਸੀ, ਜਿਸ ਦਾ ਉਸਨੇ ਪੂਰਾ ਫਾਇਦਾ ਉਠਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ? ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ। ਉਹਨਾਂ ਦਾ ਜਨਮ 1666 ਵਿੱਚ ਪਟਨਾ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਸਨ ਅਤੇ ਮਾਤਾ ਗੁਜਰੀ ਜੀ ਸੀ। ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਸੰਤਾਨ ਸਨ। 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੀ ਰਾਖੀ ਕਰਨ ਲਈ, ਹਿੰਦੂ ਧਰਮ ਦੀ ਰਾਖੀ ਕਰਨ ਲਈ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣਨ ਲਈ ਸ਼ਹੀਦੀ ਦੇ ਦਿੱਤੀ ਸੀ 1675 ਵਿੱਚ ਚਾਂਦਨੀ ਚੌਂਕ ਵਿਖੇ। ਉਸ ਤੋਂ ਬਾਅਦ ਗੁਰਗੱਦੀ ਉੱਪਰ ਗੁਰੂ ਗੋਬਿੰਦ ਸਿੰਘ ਜੀ ਬੈਠ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੀ ਬਹੁਤ ਹੀ ਚੰਗੀ ਤਰ੍ਹਾਂ ਅਗਵਾਈ ਕੀਤੀ। ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਵਿਸਾਖੀ ਵਾਲੇ ਦਿਨ 1699 ਵਿੱਚ ਅਨੰਦਪੁਰ ਸਾਹਿਬ ਵਿਖੇ ਕੀਤੀ। ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ ਅਤੇ ਪਹਾੜੀ ਰਾਜਿਆਂ ਦੇ ਨਾਲ ਅਤੇ ਮੁਗਲਾਂ ਦੇ ਨਾਲ ਬਹੁਤ ਸਾਰੇ ਯੁੱਧ ਕਰਨੇ ਪਏ, ਜਿਸ ਦਾ ਉਹਨਾਂ ਨੇ ਮੁਕਾਬਲਾ ਕੀਤਾ। ਭੰਗਾਣੀ ਦੀ ਲੜਾਈ, ਨਦੌਣ ਦੀ ਲੜਾਈ, ਅਨੰਦਪੁਰ ਸਾਹਿਬ ਦੀਆਂ 2 ਲੜਾਈਆਂ, ਚਮਕੌਰ ਸਾਹਿਬ ਦੀ ਲੜਾਈ, ਮੁਕਤਸਰ ਦੀ ਲੜਾਈ ਉਹਨਾਂ ਦੀਆਂ ਪ੍ਰਮੁੱਖ ਲੜਾਈਆਂ ਸਨ। ਉਹਨਾਂ ਨੇ ਤਲਵੰਡੀ ਸਾਬੋ ਵਿਖੇ ਸਾਹਿਤ ਦੀ ਰਚਨਾ ਵੀ ਕੀਤੀ। ਉਹ ਗੁਰਮੁਖੀ, ਹਿੰਦੀ, ਫਾਰਸੀ ਅਤੇ ਸੰਸਕ੍ਰਿਤ ਸਾਰੀਆਂ ਭਾਸ਼ਾਵਾਂ ਦੇ ਵਿਦਵਾਨ ਸਨ। ਉਹਨਾਂ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਬਚਿੱਤਰ ਨਾਟਕ ਨਾਮ ਦੀ ਸਵੈ ਜੀਵਨੀ ਲਿਖੀ ਅਤੇ ਅਕਾਲ ਉਸਤਤ ਦੀ ਰਚਨਾ ਕੀਤੀ। ਉਹਨਾਂ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਦੱਖਣ ਭਾਰਤ ਦੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਨਾਮਕ ਸਥਾਨ ਵਿੱਚ ਬਿਤਾਇਆ। ਉੱਥੇ
ਮੁਗਲ ਬਾਦਸ਼ਾਹ ਵੱਲੋਂ ਭੇਜੇ ਗਏ ਪਠਾਣਾਂ ਨੇ ਅਚਾਨਕ ਧੋਖੇ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਉੱਥੇ ਹੀ 1708 ਵਿੱਚ ਜੋਤੀ ਜੋਤ ਸਮਾ ਗਏ। ਇਸ ਪੇਪਰ ਦਾ ਦੂਸਰਾ ਭਾਗ ਨਾਗਰਿਕ ਸ਼ਾਸਤਰ ਅਸੀਂ ਅਗਲੇ ਵੀਡੀਓ ਵਿੱਚ ਕਰਾਂਗੇ। ਧੰਨਵਾਦ।